ਅੱਜ ਤੁਸੀਂ ਸਾਰੇ ਰਿਸਪੈਕਟਡ ਮੀਡੀਆ ਵਾਲੇ ਬੰधु ਹੁਣੇ ਹੀ ਜਿਹੜੀ ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਅਟੈਂਡ ਕਰਕੇ ਹੀ ਇੱਥੇ ਆ ਰਹੇ ਹੋ। ਮੈਂ ਤੁਹਾਨੂੰ ਪਹਿਲਾਂ ਸਵੇਰੇ ਰਿਕੁਐਸਟ ਕੀਤੀ, ਤੁਸੀਂ ਦੱਸਿਆ ਕਿ ਇਸ ਤਰ੍ਹਾਂ ਅੱਜ ਪਠਾਨਕੋਟ ਕਾਂਗਰਸ ਦਾ ਇਹ ਫੰਕਸ਼ਨ ਚੱਲ ਰਿਹਾ ਤੇ ਬਸ ਉਸੇ ਇਸ਼ੂ ਦੇ ਉੱਪਰ ਹੀ ਕਿਉਂਕਿ ਮੈਂ ਵੀ ਸੁਣ ਰਿਹਾ ਸੀ ਕਿ ਕਾਂਗਰਸ ਦੇ ਲੀਡਰਸ਼ਿਪ ਉਸ ਮੰਚ ਤੋਂ ਕੀ ਕਹਿ ਰਹੇ ਹੈ तो मैं इत्थे शुरुआत कराँगा कि सालों में नापना है तौहीने ज़िंदगी, सालों में नापना है तौहीने ज़िंदगी, लम्हों में जीना ही है जीना ज़िंदगी। ਜਿਹੜਾ ਇਹ ਆਪਣਾ ਇਤਿਹਾਸ ਕਾਂਗਰਸ ਪਾਰਟੀ ਅੱਜ ਵੀ ਮੰਚ ਤੋਂ ਇਹਨਾਂ ਦੀ ਲੀਡਰਸ਼ਿਪ ਕਹਿ ਰਹੀ ਸੀ ਅਸੀਂ ਇੰਨੀ ਪੁਰਾਣੀ ਪਾਰਟੀਆਂ, ਅਸੀਂ ਆਮ ਆਦਮੀ ਪਾਰਟੀ ਬਾਰੇ ਵੀ ਰਾਹੁਲ ਗਾਂਧੀ ਜੀ ਨੇ ਕਟਾਕਸ਼ ਕੀਤਾ ਤੇ ਅਸੀਂ ਸ਼ਾਇਦ ਉਹਨਾਂ ਦੇ ਖਿਲਾਫ ਕੋਈ ਗੱਲ ਨਾ ਕਰਦੇ ਜੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਕਟਾਕਸ਼ ਨਾ ਕੀਤਾ ਹੁੰਦਾ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੀ ਇਹ ਸੋਚ ਹੈ, ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਇਹ ਸੋਚ ਹੈ ਔਰ ਸਾਡੇ ਜਿਹੜੇ ਸੰਗਠਨ ਦੇ ਚੀਫ ਨੇ ਡਾਕਟਰ ਸੰਦੀਪ ਪਾਠਕ ਦੀ ਇਹ ਸੋਚ ਹੈ ਕਿ ਹਰ ਇੱਕ ਜਿਹੜਾ ਮਨੁੱਖ ਹੈ ਜਾਂ ਹਰ ਇੱਕ ਕੋਈ ਪਾਰਟੀ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ, ਅਸੀਂ ਆਪਣੇ ਕੰਮਾਂ ਦੇ ਪ੍ਰਤੀ ਜਵਾਬਦੇਹ ਹਾਂ। ਪਰ ਜਦੋਂ ਤੁਸੀਂ ਸਾਨੂੰ ਕਟਾਕਸ਼ ਕਰੋਗੇ, ਜਦੋਂ ਤੁਸੀਂ ਸਾਡੇ ਸੁਪਰੀਮੋ, ਸਾਡੇ ਰੋਲ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਉਂਗਲੀ ਉਠਾਓਗੇ, ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉੱਪਰ ਉਂਗਲੀ ਉਠਾਓਗੇ ਤੇ ਅਸੀਂ ਤੁਹਾਨੂੰ ਜਵਾਬ ਜਿਹੜਾ ਉਹ ਜ਼ਰੂਰ ਦਿਆਂਗੇ ਔਰ ਉਹੀ ਜਵਾਬ ਦੇਣ ਵਾਸਤੇ ਅੱਜ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਅਸੀਂ ਇੱਥੇ ਲਿਆ। ਤੁਸੀਂ ਸਪੀਚ ਸੁਣੋ, ਰਾਜਾ ਵੜਿੰਗ ਜੀ ਉੱਥੇ ਕਹਿ ਰਹੇ, ਜਿਹੜੇ ਪੰਜਾਬ ਦੇ ਕਾਂਗਰਸ ਦੇ ਅਧਿਅਕਸ਼ ਨੇ, ਉਹ ਕਹਿ ਰਹੇ ਆ ਰਾਹੁਲ ਗਾਂਧੀ ਜੀ ਤੁਸੀਂ ਜਿਹੜੇ ਬਾਹਰਲੀਆਂ ਪਾਰਟੀਆਂ ਤੋਂ ਬੰਦੇ ਆ ਜਾਂਦੇ ਆ ਉਹਨਾਂ ਦੀ ਬ੍ਰੇਕ ਲਗਵਾਓ, ਕਿਉਂਕਿ ਉਹਨਾਂ ਨੇ ਐਗਜ਼ਾਮਪਲ ਦਿੱਤੀ, ਤੁਸੀਂ ਸੁਣੋ ਉਹਨਾਂ ਦੀ ਸਪੀਚ, ਉਹਨਾਂ ਐਗਜ਼ਾਮਪਲ ਦਿੱਤੀ ਜਦੋਂ ਅਸੀਂ ਕੋਈ ਜਾਨਵਰ ਖਰੀਦਨੇ ਆ ਤੇ ਉਹਦੀ ਬਰੀਡ ਚੈੱਕ ਕਰਨੇ। ਅਰੇ ਕਮਾਲ ਹੈ ਯਾਰ, ਤੂੰ ਕਾਂਗਰਸ ਦਾ ਸਟੇਟ ਪ੍ਰੈਜ਼ੀਡੈਂਟ ਹੈ ਔਰ ਦੂਜੀ ਤੀਜੀ ਵਾਰੀ ਤੂੰ ਐਮਐਲਏ ਬਣ ਗਿਆ, ਤੂੰ ਪਿਛਲੀ ਸਰਕਾਰ 'ਚ ਕੈਬਨਿਟ ਮੰਤਰੀ ਵੀ ਰਿਹਾ ਤੇ ਤੂੰ ਬੰਦਿਆਂ ਨੂੰ ਔਰ ਜਿਹੜੇ ਸੇਵਾਦਾਰ ਨੇ, ਜਿਹੜੇ ਸੁਸਾਇਟੀ 'ਚ ਸੇਵਾ ਕਰਦੇ ਨੇ, ਤੁਸੀਂ ਉਹਨਾਂ ਨੂੰ ਜਾਨਵਰਾਂ ਦੇ ਨਾਲ ਉਹ ਕਰ ਰਹੇ ਹੋ। ਅਰੇ ਸ਼ਰਮ ਕਰੋ ਯਾਰ, ਕੋਈ ਐਡੀ ਵੱਡੀ ਤੁਸੀਂ ਆਪਣੀ ਪੋਸਟ 'ਤੇ ਬੈਠੇ ਹੋ ਔਰ ਤੁਹਾਨੂੰ ਇਹ ਹੀ ਨਹੀਂ ਸਮਝ ਆ ਰਿਹਾ ਕਿ ਤੁਸੀਂ ਹਜ਼ਾਰਾਂ ਪਬਲਿਕ ਨੂੰ ਐਡਰੈਸ ਕਰ ਰਹੇ ਹੋ ਔਰ ਸਾਰੇ ਮੀਡੀਆ ਦੇ ਕੈਮਰੇ ਚੱਲ ਰਹੇ ਔਰ ਤੁਸੀਂ ਕਿਸ ਤਰ੍ਹਾਂ ਬੋਲ ਰਹੇ ਹੋ। ਤੁਸੀਂ ਪਹਿਲਾਂ ਇਹ ਜਿਹੜੀ ਉਹ ਹੈ ਨਾ, ਇਹ ਸਿੱਖੋ, ਇਹ ਭਾਸ਼ਾ ਸਿੱਖੋ, ਇਹ ਜਿਹੜੀ ਭਾਸ਼ਾ ਜਿਹੜੀ ਇੱਕ ਜੈਂਟਲਮੈਨ ਦੀ ਭਾਸ਼ਾ ਹੋਣੀ ਚਾਹੀਦੀ ਹੈ ਉਹੀ ਹੋਣੀ ਚਾਹੀਦੀ ਹੈ। ਪਰ ਤੁਹਾਨੂੰ ਫਰਕ ਹੀ ਨਹੀਂ ਪੈਂਦਾ ਕਿਉਂਕਿ ਤੁਸੀਂ ਤਾਂ ਦੂਸਰਿਆਂ ਦੇ ਉੱਪਰ ਉਂਗਲੀ ਉਠਾਉਣਾ ਜਾਣਦੇ ਹੋ। ਮੈਂ ਅੱਜ ਰਾਹੁਲ ਗਾਂਧੀ ਜੀ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ, ਜਿਹੜੇ ਕਾਂਗਰਸ ਦੇ ਲੀਡਰ ਨੇ ਰਾਹੁਲ ਗਾਂਧੀ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਸਾਡਾ ਧਿਆਨ ਭਟਕਾ ਦਿੰਦੀਆਂ ਦੂਜੀਆਂ ਪਾਰਟੀਆਂ, ਔਰ ਗੱਲ ਦੇਖੋ, ਐਗਜ਼ਾਮਪਲ ਦੇਖੋ ਕੀ ਕਹਿੰਦੇ ਜੀ, ਉਹ ਕਹਿੰਦੇ ਜੀ ਉਹ ਐਸ਼ਵਰਿਆ ਰਾਏ ਜਾ ਰਹੀ ਹੈ, ਰਾਹੁਲ ਗਾਂਧੀ ਜੀ ਕਹਿ ਰਹੇ ਸਾਰਿਆਂ ਦਾ ਧਿਆਨ ਉੱਧਰ ਚੱਲ ਜਾਂਦਾ ਐਸ਼ਵਰਿਆ ਰਾਏ ਵਾਲੇ ਪਾਸੇ ਤੇ ਪਿੱਛੋਂ ਜੇਬ ਕਤਰਾ ਸਾਡੀ ਜੇਬ ਕੱਟ ਕੇ ਲੈ ਜਾਂਦਾ। ਅਰੇ ਭਾਈ ਸਾਹਿਬ, ਜੇਬ ਕਤਰੇ ਵੀ ਤੇ ਤੁਹਾਡੀ ਪਾਰਟੀ ਦੇ ਨੇ। ਅੱਜ ਪਠਾਨਕੋਟ ਨੂੰ ਭਾਰਤ ਜੋੜੋ ਯਾਤਰਾ ਦੀ ਲੋੜ ਨਹੀਂ ਹੈ, ਅੱਜ ਪਠਾਨਕੋਟ ਦੇ ਲੋਕਾਂ ਨੂੰ ਕਾਰਪੋਰੇਸ਼ਨ ਛੋੜੋ ਯਾਤਰਾ ਦੀ ਲੋੜ ਹੈ। ਜੇਬ ਕਤਰੇ ਕੌਣ ਨੇ? ਜੇਬ ਕਤਰੇ ਤੁਹਾਡੇ ਮੇਅਰ ਸਾਹਿਬ ਸ਼੍ਰੀ ਪੰਨਾ ਲਾਲ ਭਾਟੀਆ ਜੀ, ਔਰ ਕਿਹਨਾਂ ਦੀਆਂ ਜੇਬਾਂ ਕੱਟੀਆਂ ਉਹਨਾਂ ਨੇ? ਗਰੀਬਾਂ ਦੇ ਕੱਚੇ ਮਕਾਨਾਂ ਦਾ ਜਿਹੜਾ ਫੰਡ ਆਇਆ ਉਹਨਾਂ ਦੀਆਂ ਜੇਬਾਂ ਕੱਟੀਆਂ ਔਰ ਨਾਲ ਹੋ ਕੇ ਕੱਟੀਆਂ ਤੁਹਾਡਾ ਜਿਹੜਾ ਸਾਬਕਾ ਐਮਐਲਏ ਸ਼੍ਰੀ ਅਮਿਤ ਵਿਜ ਜੀ। ਔਰ ਤੁਸੀਂ ਕਹਿ ਰਹੇ ਹੋ, ਇਹਦਾ ਮਤਲਬ ਤੁਸੀਂ ਪਬਲਿਕ ਦਾ ਧਿਆਨ ਭਟਕਾਉਣਾ ਚਾਹ ਰਹੇ ਹੋ ਭਾਰਤ ਜੋੜੋ ਯਾਤਰਾ, ਔਰ ਇਹ ਜਿਹੜਾ ਗਰੀਬਾਂ ਦੇ ਡਾਕੇ ਤੁਸੀਂ ਪਾਏ ਹੈ ਉਹ ਤੁਸੀਂ ਚਾਹੁੰਦੇ ਹੋ ਕਿ ਬਈ ਇਹ ਜਿਹੜੇ ਜੇਬ ਕਤਰੇ ਸਾਡੀ ਆਪਣੀ ਪਾਰਟੀ ਦੇ ਇਹਨਾਂ ਨੂੰ ਸੇਵ ਕਰ ਜਾਈਏ। ਉਹ ਕਿਸ ਤਰ੍ਹਾਂ ਸੇਵ ਕਰ ਜਾਈਏ? ਜੇਬਾਂ ਉਹਨਾਂ ਕੱਟੀਆਂ ਔਰ ਗਰੀਬਾਂ ਦੇ ਹੱਕਾਂ ਦੀਆਂ ਉਹਨਾਂ ਨੇ ਜੇਬਾਂ ਕੱਟੀਆਂ ਔਰ ਉਹਨਾਂ ਨੂੰ ਉਹਨਾਂ ਦੇ ਉਸ 420 ਦੀ ਸਜ਼ਾ ਮਿਲ ਕੇ ਰਹਿਣੀ ਹੈ। ਔਰ ਜੇ ਤੁਸੀਂ ਵਾਕਈ ਰਾਹੁਲ ਗਾਂਧੀ ਜੀ ਇੱਕ ਸਾਫ਼ ਸੁਥਰੀ ਛਵੀ ਦੇ ਨਾਲ ਤੁਸੀਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਆਪਣੇ ਜਿਹੜਾ ਮੌਜੂਦਾ ਮੇਅਰ ਸਾਹਿਬ ਹੈ ਉਹਨਾਂ ਕੋਲੋਂ ਅਸਤੀਫਾ ਲਵੋ ਔਰ ਉਹਨਾਂ ਕਾਂਗਰਸ ਦੇ ਕੌਂਸਲਰਸ ਕੋਲੋਂ ਵੀ ਅਸਤੀਫਾ ਲਵੋ ਜਿਨ੍ਹਾਂ ਨੇ ਗਰੀਬਾਂ ਦੇ ਕੱਚੇ ਮਕਾਨਾਂ ਦੇ ਪੈਸੇ ਵਾਲੀਆਂ ਜੇਬਾਂ ਕੱਟੀਆਂ। ਔਰ ਅਮਿਤ ਵਿਜ ਜੀ
ਜਿਹੜੇ ਸਾਬਕਾ ਐਮਐਲਏ ਨੇ ਉਹਨਾਂ ਕੋਲੋਂ ਵੀ ਪਾਰਟੀ ਤੋਂ ਅਸਤੀਫਾ ਦਿਲਾਓ, ਜਿਨ੍ਹਾਂ ਨੇ ਗਰੀਬਾਂ ਦੇ ਕੱਚੇ ਮਕਾਨਾਂ ਦੀਆਂ ਜੇਬਾਂ ਦੇ ਜਿਹੜੇ ਪੈਸੇ ਹੈ ਉਹ ਜੇਬਾਂ ਜਿਹੜੀਆਂ ਉਹਨਾਂ ਨੇ ਕੱਟੀਆਂ, ਫਿਰ ਆਪਾਂ ਮੰਨਾਂਗੇ ਤੁਸੀਂ ਵਾਕਈ। ਇਹਦਾ ਮਤਲਬ ਅਸੂਲ ਦੂਜੀਆਂ ਪਾਰਟੀਆਂ ਦੇ ਵਾਸਤੇ ਹੈ। ਸਾਡੀ ਪਾਰਟੀ ਦਾ ਕੋਈ ਵਰਕਰ ਹੈ ਜੇ ਉਹ ਕਿਸੇ ਦੀ ਜੇਬ ਕੱਟ ਰਿਹਾ ਤੇ ਉਹ ਸਾਧੀ ਹੈ, ਉਹ ਜਿਹੜਾ ਉਹ ਬੇਈਮਾਨ ਨਹੀਂ ਹੈਗਾ, ਉਹ ਜੇਬ ਕਤਰਾ ਨਹੀਂ ਹੈਗਾ। ਸੋ ਜੇ ਵਾਕਈ ਤੁਸੀਂ ਕਹਿ ਰਹੇ ਹੋ ਕਿ ਮੈਂ ਇੱਕ ਸੱਚਾ ਸੁੱਚਾ ਇਨਸਾਨ ਹਾਂ ਔਰ ਸੱਚੀ ਪਾਰਟੀ ਹੈ ਸਾਡੀ, ਤਾਂ ਲੈਟ ਦੈਮ ਰਿਜ਼ਾਈਨ, ਆਪਾਂ ਫਿਰ ਮੰਨਾਂਗੇ। ਔਰ ਇਹ ਮੈਂ ਨਹੀਂ ਕਹਿ ਰਿਹਾ, ਪਠਾਨਕੋਟ ਦਾ ਬੱਚਾ ਕਹਿ ਰਿਹਾ ਕਿ ਤੁਹਾਡੇ ਕਾਂਗਰਸ ਦੇ ਕੌਂਸਲਰਸ ਨੇ, ਤੁਹਾਡੇ ਕਾਂਗਰਸ ਦੇ ਮੇਅਰ ਨੇ ਔਰ ਤੁਹਾਡੇ ਕਾਂਗਰਸ ਦੇ ਸਾਬਕਾ ਐਮਐਲਏ ਨੇ ਗਰੀਬਾਂ ਦੀਆਂ ਜੇਬਾਂ ਕੱਟੀਆਂ। ਅੱਜ ਪਠਾਨਕੋਟ ਨੂੰ ਕਾਰਪੋਰੇਸ਼ਨ ਛੋੜੋ ਯਾਤਰਾ ਦੀ ਜ਼ਰੂਰਤ ਹੈ, ਨਾ ਕਿ ਭਾਰਤ ਜੋੜੋ ਯਾਤਰਾ ਦੀ ਜ਼ਰੂਰਤ ਹੈ। ਇੱਕ ਪਾਸੇ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ, ਦੂਜੇ ਪਾਸੇ ਇਹਨਾਂ ਦੇ ਵੱਡੇ ਲੀਡਰ ਜਿਹੜੇ ਨੇ ਬੀਤੇ ਦਿਨ ਅਸਤੀਫਾ ਦੇ ਕੇ ਬੀਜੇਪੀ ਵਿੱਚ ਸ਼ਾਮਿਲ ਹੋ ਜਾਂਦੇ ਨੇ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ? ਕਿਉਂਕਿ ਇੱਕ ਪਾਸੇ ਜੋੜਨ ਦੀ ਗੱਲ ਕਰਦੇ ਨੇ, ਇਹਨਾਂ ਦੇ ਆਪਣੇ ਲੀਡਰ ਟੁੱਟ ਰਹੇ ਨੇ, ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਅਰੇ ਮੈਂ ਇਹਨਾਂ ਨੇ ਸਾਡੇ ਜਿਹੜੇ ਮਾਨ ਨੇ, ਸਾਡੀ ਸ਼ਾਨ ਨੇ, ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਕਹਿ ਰਹੇ ਨੇ कि भाई मैं आपको पसंद करता हूँ लेकिन मैं इस चीज़ को पसंद नहीं करता कि रिमोट कंट्रोल दिल्ली के पास है। अरे भाई, जैसे आपकी कांग्रेस पार्टी नेशनल पार्टी है, ऐसे ही हमारी आम आदमी पार्टी नेशनल पार्टी है। जब सुखविंदर सिंह सुक्खू आपने सीएम अनाउंस कर दिया और कितने दिनों तक वो वहाँ पर अपना मंत्रिमंडल क्लियर नहीं कर पाए, क्यों? क्योंकि आपकी दिल्ली टीम का मतलब आपका हुक्म नहीं हो रहा था। अगर कांग्रेस नीचे वाली कांग्रेस, स्टेट लेवल वाली कांग्रेस हाई कमान दिल्ली का इंतज़ार कर रही है, तो भाई अगर हमारे जो नेशनल कन्वीनर हैं अगर हम उनको फॉलो करते हैं तो आपको तकलीफ़ कहाँ है? भाई साहब, यहाँ तो आप अपने असूल चेंज करो। अगर आप अपने असूल नहीं चेंज करते तो दूसरों पर कटाक्ष करना छोड़ो। तीसरी बात उनको मैं ये कहना चाहता हूँ, राहुल गांधी जी को, कि भाई साहब ये कांग्रेस या भारतीय जनता पार्टी नहीं है, आम आदमी पार्टी। अरे मैं कांग्रेस में पहले रहा हूँ और आपके कांग्रेस के कार्यकर्ताओं के साथ क्या व्यवहार होता हुआ है मैंने ये झेला है। अरे जो कांग्रेस का कार्यकर्ता है वो 20-20 साल तक काम करता रहता है, झंडे उठाता रहता है, नारे लगाता रहता है, लेकिन उसको कभी प्रमोशन नहीं मिलती। कई कार्यकर्ता तो मेंटली अपसेट हो जाते हैं कांग्रेस में। ये वाहिद आम आदमी पार्टी ही एक ऐसी पार्टी है जहां पर एक कर्मठ कार्यकर्ता को ईमानदारी के ऊपर, उसके काम के ऊपर उसको प्रमोशन दिया जाता है। और मैं इसकी जीती जागती उदाहरण हूं। मुझे आम आदमी पार्टी ने प्रमोट किया है क्योंकि हमने ईमानदारी से काम किया था। तो भैया ये आपके जो ये दावे हैं ना, ये खोखले हैं। अरविंद केजरीवाल जी, सरदार भगवंत सिंह मान जी और हमारे जो संगठन के चीफ हैं डॉक्टर संदीप पाठक जी, उनको काम करना आता है, हमें काम मत सिखाइए। लेकिन आपको ये बात बताना चाहता हूँ, आप कह रहे हो कि अगली बार हम आम आदमी पार्टी को हराएंगे। अरे भाई साहब, अगर आप में इतना दम होता कांग्रेस में तो दिल्ली में तो पिछली 3 टर्न्योर से अरविंद केजरीवाल जी लगातार जीत रहे हैं, वहाँ क्यों नहीं हरा पाए? वहाँ क्यों नहीं हरा पाए? क्योंकि अरविंद केजरीवाल जी काम करते हैं। और मैं आपको दावे के साथ कहता हूँ, अरविंद केजरीवाल जी के नेतृत्व में, डॉक्टर संदीप पाठक की अध्यक्षता में और सरदार भगवंत सिंह मान की अध्यक्षता में कम से कम अगले 20-25 साल तक हम लगातार जनता के आशीर्वाद से पंजाब में बने रहेंगे और लोगों की सेवा करते रहेंगे। ये मुंगेरी लाल के सपने देखना बंद कीजिए। और मैं आपसे अनुरोध करूंगा, मेरे साथ हमारे सीनियर नेता सुभाष वर्मा जी हैं, वो भी आपके साथ मुखातिब होंगे। कॉन्फ्रेंस सियाल साहब की अध्यक्षता जी हो रही है। साढ़े नवनियुक्त चेयरमैन ये जी राहुल ने भारत जोड़ो यात्रा कढ़ी है, ये क्यों कढ़नी पई उन्होंने? इन्हां दी अपनी कमजोरियां ने, ये अपने घर सांभ नहीं सकते तो दूसरे घर से हमला करते हैं। इन्हां नूं सब तो पहलों अपने मंजे थले डांग मारनी चाहिए, फिर दूसरे मंजे से डांग मारनी चाहिए। इन्हां दी अपनी कमजोरियां ने। इन्हां दे पुराने लीडर पार्टियां छड्डदे जाण दे ने। ये इत्थे आके पठानकोट 'च भारत जोड़ो यात्रा कड्ढण दे ने। मैं राहुल जी नूं पुछना चाहना कि पठानकोट की स्थिति जिहड़ी ओह देखी जाए, इत्थों की जनता कोलों पुछया जाए कि पठानकोट की पोजीशन है।
ਜਿੱਥੇ ਕਾਰਪੋਰੇਸ਼ਨ ਤੇ ਕਾਂਗਰਸ ਦਾ ਕਬਜ਼ਾ ਹੈ। ਇੱਥੇ ਜਿੰਨੇ ਵੀ ਕਾਂਗਰਸ ਦੇ ਲੀਡਰ ਨੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਲੁੱਟ ਖਸੁੱਟ ਕੀਤੀ ਇਹਨਾਂ ਨੇ। ਪਹਿਲੋਂ ਆਪਣਾ ਆਪ ਸੁਧਾਰਨ, ਆਪਣੇ ਕਾਰਪੋਰੇਸ਼ਨ ਜਿਹੜੇ ਇਹਨਾਂ ਦੇ ਨੁਮਾਇੰਦੇ ਚੁਣ ਕੇ ਆਏ ਨੇ ਉਹਨਾਂ ਦਾ ਖਿਆਲ ਕੀਤਾ ਜਾਏ। ਉਹਨਾਂ ਜਿਹੜੀ ਹੇਰਾਫੇਰੀ ਕੀਤੀ ਉਹਨਾਂ ਨੇ, ਜਿਹੜੇ ਲੋਕਾਂ ਗਰੀਬਾਂ ਲੋਕਾਂ ਦੇ ਪੈਸੇ ਖਾਧੇ ਨੇ, ਇਹਨਾਂ ਜਿਹਨੇ ਕਮਿਸ਼ਨਾਂ ਖਾਧੀਆਂ ਨੇ ਠੇਕੇਦਾਰਾਂ ਕੋਲੋਂ 40% ਉਹਦਾ ਹਿਸਾਬ ਦੇਣ। ਪਹਿਲੋਂ ਆਪਣਾ ਘਰ ਸੁਧਾਰਨ, ਫਿਰ ਦੂਸਰੇ ਦੇ ਕਮੈਂਟ ਮਾਰਨ। ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਰੋਹਿਤ ਸਿਆਲ ਜੀ ਜਿਹੜੇ ਸਾਡੇ ਹੁਣੇ ਪਲੈਨਿੰਗ ਬੋਰਡ ਦੇ ਚੇਅਰਮੈਨ ਬਣੇ ਆ, ਉਹਨਾਂ ਦੀ ਅਧਿਕਸ਼ਤਾ ਵਿੱਚ ਹੋ ਰਹੀ ਹੈ। ਔਰ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਕਰਨ ਤੇ ਸਾਨੂੰ ਅੱਜ ਰਾਹੁਲ ਗਾਂਧੀ ਜੀ ਨੇ ਮਜਬੂਰ ਕੀਤਾ ਹੈ। ਅਸੀਂ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਸੀ ਕਿਉਂਕਿ ਉਹ ਬਹੁਤ ਆਪਣੀ ਯਾਤਰਾ ਤੇ ਨਿਕਲੇ ਆ, ਲੇਕਿਨ ਉਹਨਾਂ ਨੇ ਸਾਡੀ ਆਮ ਆਦਮੀ ਪਾਰਟੀ ਦੇ ਉੱਪਰ ਕਟਾਸ਼ ਕਰਕੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਉਹਨਾਂ ਨੂੰ ਜਵਾਬ ਦਈਏ। ਤੇ ਮੈਂ ਕਾਂਗਰਸ ਨੂੰ ਇਹ ਕਹਿਣਾ ਚਾਹਾਂਗੀ ਕਿ ਪਹਿਲੇ ਕਾਂਗਰਸ ਆਪਣੇ ਮੰਜੇ ਥੱਲੇ ਸੋਟੇ ਮਾਰ ਲੇ, ਫਿਰ ਦੂਸਰਿਆਂ ਵੱਲ ਉਂਗਲੀ ਚੁੱਕੇ, ਕਿਉਂਕਿ ਸਾਡੀ ਸਰਕਾਰ ਜਿਹੜੀ ਹੈਗੀ ਬਹੁਤ ਅੱਛੇ ਕੰਮ ਕਰ ਰਹੀ ਹੈ। ਔਰ ਜਿਸ ਤਰ੍ਹਾਂ ਕਿ ਸਾਡੇ ਚੇਅਰਮੈਨ ਸਾਹਿਬ ਨੇ ਰੋਹਿਤ ਸਿਆਲ ਜੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨਹੀਂ, ਪਹਿਲੇ ਤੁਸੀਂ ਕਾਰਪੋਰੇਸ਼ਨ ਛੋੜੋ ਯਾਤਰਾ ਸ਼ੁਰੂ ਕਰੋ। ਤੇ ਜਿਹੜੇ ਇੱਥੇ ਘਪਲੇ ਹੋਏ ਆ ਉਹਨਾਂ ਦੀ ਪਹਿਲੇ ਇਨਕੁਆਇਰੀ ਕੀਤੀ ਜਾਏ ਤੇ ਉਸ ਤੋਂ ਬਾਅਦ ਸਾਨੂੰ ਸਿੱਖਿਆ ਦਿੱਤੀ ਜਾਏ। ਬਾਕੀ ਰਾਹੁਲ ਗਾਂਧੀ ਜੀ ਨੇ ਇੱਕ ਗੱਲ ਕਹੀ ਹੈ ਕਿ ਮੈਨੂੰ ਭਗਵੰਤ ਮਾਨ ਜੀ ਬੜੇ ਅੱਛੇ ਲੱਗਦੇ ਆ, ਤੇ ਪਰ ਲੇਕਿਨ ਉਹਨਾਂ ਦਾ ਜਿਹੜਾ ਰਿਮੋਟ ਕੰਟਰੋਲ ਦਿੱਲੀ 'ਚ ਹੈਗਾ, ਇਹ ਜਿਹੜੀ ਗੱਲ ਨਾ ਉਹ ਕਿਸੇ ਤੇ ਅਪਲਾਈ ਨਾ ਕਰਨ। ਉਹ ਸਾਡੀ ਫੁੱਟ ਪਾਉਣਾ ਚਾਹੁੰਦੇ ਆ ਸਾਡੇ ਜਿਹੜੇ ਲੀਡਰਾਂ ਦੇ ਵਿੱਚ, ਤੇ ਇਹੋ ਜਿਹੀ ਉੱਚੀ ਹਰਕਤਾਂ ਨਾ ਕਰਨ ਕਿਉਂਕਿ ਰਿਮੋਟ ਕੰਟਰੋਲ ਜਿਸ ਤਰ੍ਹਾਂ ਮੋਦੀ ਜੀ ਦੇ ਹੱਥ 'ਚ ਹੈਗਾ, ਬੀਜੇਪੀ ਦਾ, ਕਿਉਂਕਿ ਥੱਲੇ ਜਿਹੜੇ ਲੀਡਰ ਆ ਉਹ ਨਹੀਂ ਡਾਇਰੈਕਟ ਕੰਮ ਕਰਦੇ, ਉੱਪਰੋਂ ਦੀ ਹੀ ਰਿਮੋਟ ਕੰਟਰੋਲ ਚੱਲਦਾ। ਐਦਾਂ ਹੀ ਕਾਂਗਰਸ ਦਾ ਵੀ ਤੁਹਾਡੇ ਵੱਲੋਂ ਰਿਮੋਟ ਕੰਟਰੋਲ ਚੱਲਦਾ। ਸਾਨੂੰ ਇਹ ਦੱਸ ਦੇਣ ਕਿ ਤੁਹਾਡੇ ਛੋਟੇ ਜਿਹੜੇ ਲੀਡਰ ਆ ਉਹ ਕਿਹੜੇ ਕੰਮ ਕਰਦੇ ਪਏ ਆ, ਤੇ ਸਾਨੂੰ ਫੁੱਟ ਪੈਦਾ ਨਾ ਕਰਨ। ਆਪਣੇ ਜਿਹੜੀ ਯਾਤਰਾ ਸ਼ੁਰੂ ਕੀਤੀ ਆ ਉਹਨੂੰ ਕਰਕੇ ਜਾਣ, ਦੂਸਰਿਆਂ ਦੀ ਮੰਜੀ ਥੱਲੇ ਨਾ ਦੇਖਣ, ਆਪਣੀ ਮੰਜੀ ਥੱਲੇ ਸੋਟਾ ਮਾਰਨ ਪਹਿਲੇ ਕਾਂਗਰਸੀ।